Hello, dosto. Welcome to Siddhi Punjab. So today we are going to discuss the current affairs relevant for 18th and 19th July ਜਿਹੜੇ ਵੀ ਤੁਹਾਡੇ ਪੰਜਾਬ ਤੇ PCS ਜਾਂ UPSC ਵਿੱਚ ਕਰੰਟ ਅਫੇਅਰਸ ਆਣੇ ਹੈ ਉਹਨਾਂ ਦੀ ਡਿਸਕਸ਼ਨ ਆਪਾਂ ਕਰਾਂਗੇ। ਅੱਗੇ ਵਧਣ ਤੋਂ ਪਹਿਲਾਂ ਅਗੇਨ ਮੈਂ ਦੱਸਦਾ ਕਿ ਵੀ ਆਰ ਰਨਿੰਗ ਲੋਟ ਆਫ ਕੋਰਸਸ ਐਂਡ ਪ੍ਰੋਗਰਾਮਸ ਫॉर ਯੂ ਜਿਹੜੇ ਕਿ ਤੁਹਾਡੀ ਇੰਟਾਇਰ ਪ੍ਰੈਪਰੇਸ਼ਨ ਨੂੰ ਸਟ੍ਰੀਮਲਾਈਨ ਕਰਨ ਵਿੱਚ ਹੈਲਪ ਕਰਨਗੇ। देयर इज द mentorship program ਜਿੱਤੇ ਤੁਹਾਨੂੰ ਨਿਊਜ਼ਪੇਪਰ ਕਿਵੇਂ ਪੜ੍ਹਨਾ ਹੈ, ਨੋਟਸ ਕਿਵੇਂ ਬਣਾਉਣੇ ਨੇ, ਰਿਵੀਜ਼ਨ ਕਿਵੇਂ ਕਰਨੀ ਹੈ accurately so that everything remains in your mind. Everything will be discussed, right? And here ਟੈਸਟ ਸੀਰੀਜ਼ ਵੀ ਆਲਰੇਡੀ ਪ੍ਰੋਵਾਈਡ ਕਰ ਰਹੇ ਹਾਂ ਜਿਹੜੇ ਬੱਚਿਆਂ ਨੂੰ ਟੈਸਟ ਸੀਰੀਜ਼ ਦੀ ਰਿਕੁਆਇਰਮੈਂਟ ਹੈ ਦੇ ਹੈਵ read their entire GS syllabus and who know ਆਪਦੇ ਆਪ ਨੂੰ ਕੁਐਸਚਨ ਕਰਨਾ ਚਾਹੁੰਦੇ ਹੈ, ਆਪਦੀ ਨੌਲੇਜ ਨੂੰ ਪ੍ਰੈਕਟਿਸ ਕਰਨਾ ਚਾਹੁੰਦੇ ਹੈ, ਯੂ ਕੈਨ ਈਜ਼ੀਲੀ ਟੇਕ ਦਿਸ ਟੈਸਟ ਸੀਰੀਜ਼ ਜਿਹੜੀ ਕਿ ਤੁਹਾਨੂੰ ਹਰ ਪਾਰਟ ਆਫ ਸਿਲੇਬਸ ਟੈਸਟ ਕਰਨ 'ਚ ਬਹੁਤ ਹੈਲਪ ਕਰੇਗੀ। ਸਪੈਸ਼ਲੀ ਪੰਜਾਬ ਸਪੈਸੀਫਿਕ ਇਨੋਵੇਟਿਵ ਕੁਐਸਚਨਸ ਬਣਾਏ ਹੋਏ ਨੇ ਜਿਹੜੇ ਕਿ ਤੁਹਾਨੂੰ ਕਿਸੇ ਵੀ ਟੈਸਟ ਸੀਰੀਜ਼ 'ਚ ਨਹੀਂ ਮਿਲਣਗੇ। ਤਾਂ ਤੁਹਾਡਾ ਪੰਜਾਬ ਪੋਰਸ਼ਨ, ਵਰਲਡ ਹਿਸਟਰੀ ਦਾ ਪੋਰਸ਼ਨ ਬਹੁਤ ਅੱਛੇ ਤਰੀਕੇ ਨਾਲ ਆਲਸੋ ਕਰੰਟ ਅਫੇਅਰ ਸਪੈਸ਼ਲੀ ਫॉर ਪੰਜਾਬ ਪਰਸਪੈਕਟਿਵ ਬਹੁਤ ਅੱਛੇ ਤਰੀਕੇ ਨਾਲ ਪ੍ਰਿਪੇਅਰ ਹੋਣਗੇ ਥਰੂ ਦਿਸ ਟੈਸਟ ਸੀਰੀਜ਼। ਸੋ ਡੂ ਕੰਸੀਡਰ ਬਾਇੰਗ ਦਿਸ ਟੈਸਟ ਸੀਰੀਜ਼, ਰਾਈਟ? ਸੋ ਅਗਰ ਤੁਹਾਨੂੰ ਕੋਈ ਵੀ ਡਿਟੇਲ ਚਾਹੀਦੀ ਹੈ ਜਸਟ ਮੈਸੇਜ ਅਸ ਔਨ ਦਿਸ ਨੰਬਰ, ਵਿਲ ਬੀ ਅਵੇਲੇਬਲ। WhatsApp ਕਰੋ ਚਾਹੇ ਕਾਲ ਕਰ ਲਓ, ਵਿਲ ਬੀ ਹੈਲਪਿੰਗ ਯੂ। ਔਰ ਯੂ ਕੈਨ ਗੋ ਇਨਟੂ www.siddhipunjab.com ਐਂਡ ਇੱਥੇ ਵੀ ਸਾਰੀ ਡਿਟੇਲਸ ਚੈੱਕ ਕਰ ਸਕਦੇ ਹੋ, ਰਾਈਟ? So do not delay, just check into it. GS courses we provide kar rahe hain ਅਸੀਂ। So if you are in requirement of full GS course also, then again you can approach us, right? Let's see the topic for today. ਇਹ ਕੁਝ 6 ਬਹੁਤ ਇੰਪੋਰਟੈਂਟ ਟੌਪਿਕਸ ਆਪਾਂ ਡਿਸਕਸ ਕਰਾਂਗੇ। ਇੰਡੀਆ UAE ਦੇ ਰਿਲੇਸ਼ਨਸ 'ਚ ਲੇਟੈਸਟ ਡਿਵੈਲਪਮੈਂਟ ਹੋਈ ਹੈ, ਇੰਟਰਨੈਸ਼ਨਲ ਰਿਲੇਸ਼ਨਸ ਦੇ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਹੈ, ਸੋ ਵੀ ਵਿਲ ਡਿਸਕਸ them। ਉਸ ਤੋਂ ਬਾਅਦ ਫਲੱਡਿੰਗ ਤੁਹਾਨੂੰ ਪਤਾ ਹੀ ਹੈ ਪੰਜਾਬ ਵਿੱਚ, ਇਹਦੇ ਕਾਫੀ ਜ਼ਿਆਦਾ ਇੰਪੈਕਟ ਹੋ ਰਿਹਾ ਹੈ। ਡਿਟੇਲ 'ਚ ਮੈਂ ਇਹ ਟੌਪਿਕ ਆਲਰੇਡੀ ਡਿਸਕਸ ਕਰ ਚੁੱਕੀ ਹਾਂ ਕੁਝ ਹਫ਼ਤੇ ਪਹਿਲਾਂ, ਕੁਝ ਨਹੀਂ ਲਾਸਟ ਹਫ਼ਤੇ ਹੀ ਡਿਸਕਸ ਕੀਤਾ ਹੈ। ਉਸ 'ਚ ਹੀ ਐਡ ਔਨ ਪੁਆਇੰਟਸ ਹੁਣ ਆ ਰਹੇ ਨੇ, ਤਾਂ ਆਪਦੇ ਉਹੀ ਵਾਲੇ ਨੋਟਸ 'ਚ ਇਹ ਪੁਆਇੰਟ ਤੁਸੀਂ ਐਡ ਕਰ ਲਓ, ਰਾਈਟ? ਇਫ ਯੂ ਆਰ ਨਾਟ knowing ਕਿ ਨਿਊਜ਼ਪੇਪਰ ਨੂੰ ਪੜ੍ਹ ਕੇ ਕਿਵੇਂ ਕੰਸਾਈਜ਼ ਪ੍ਰੀਸਾਈਜ਼ ਨੋਟਸ ਬਣਾਉਣੇ ਹੈ that are very much disposable at your disposal ਜਦੋਂ ਤੁਸੀਂ ਰਿਵੀਜ਼ਨ ਕਰਨੀ ਹੈ, ਠੀਕ ਹੈ? ਵੱਡੇ ਵੱਡੇ ਗ੍ਰੰਥ ਅਸੀਂ ਨਹੀਂ ਬਣਾਉਣੇ ਹੈ। that is the mistake that we do when we make notes or read newspaper. We have to make very concise innovative notes। ਉਹੀ ਅਸੀਂ ਤੁਹਾਨੂੰ ਇਹ ਸਭ ਹੀ ਟੈਕਨੀਕਸ ਟ੍ਰਿਕਸ ਸਿਖਾਵਾਂਗੇ out of my experience in the mentorship program, so do consider joining it। Don't look too much into the cost, think it as an investment into your future instead of wasting year after year by not knowing how to do it। ਕਰਨਾ ਕੈਸੇ ਹੈ ਇਹ ਸਿੱਖਣ ਲਈ join this program, right? ਪੜ੍ਹਦੇ ਤਾਂ ਬਹੁਤ ਲੋਕ ਹੈ, ਲੈਕਚਰਸ ਤਾਂ ਆਪਾਂ ਬਹੁਤ ਲਗਾਉਂਦੇ ਹੈ, ਬਟ ਹਰ ਚੀਜ਼ ਕਰਨੀ ਕਿਵੇਂ ਹੈ, ਇੰਨੇ ਨੋਟਸ ਨੂੰ ਆਰਗੇਨਾਈਜ਼ ਕਿਵੇਂ ਕਰਨਾ ਹੈ, ਸਾਲ 2 ਸਾਲ ਦੀ ਪ੍ਰੈਪਰੇਸ਼ਨ ਨੂੰ ਦਿਮਾਗ ਵਿੱਚ ਕਿਵੇਂ ਫਿਟ ਕਰਨਾ ਹੈ, everything you will get to know here। So do not delay, join the program now, right? ਹੁਣ it is already running on huge discount, 10,000 ਇਹਦੀ net price ਸੀ, but now it is on discount, so do check the offers, message us or visit the website for details, right? ਉਸ ਤੋਂ ਬਾਅਦ again climate change ਦੀ ਸਟੱਡੀ ਆ ਰਹੀ ਹੈ, how the changes in monsoon pattern in Punjab are affecting, ਇਹਨੂੰ ਦੇਖਾਂਗੇ, ਕਾਫੀ ਅੱਛੀ ਹੈ, GS1 ਵਿੱਚ use ਕਰ ਸਕਦੇ ਹਾਂ, ਰਾਈਟ? ਉਸ ਤੋਂ ਬਾਅਦ ਇਹ ਬੜਾ ਫੈਕਚੁਅਲ ਜਿਹਾ ਨਿਊਜ਼ ਆਈ ਸੀ, ਕਈ ਵਾਰ ਪਰਸਨੈਲਿਟੀ ਬੇਸਡ ਪ੍ਰੀਲਿਮਸ 'ਚ ਕੁਐਸਚਨ ਪੁੱਛ ਲੈਂਦੇ ਆ, ਤਾਂ ਇਹਨੂੰ ਸਿਰਫ ਯਾਦ ਕਰਨ ਦੀ ਕੋਸ਼ਿਸ਼ ਕਰਾਂਗੇ। ਦੈਨ ਪ੍ਰਾਈਮ ਮਿਨਿਸਟਰ ਮੋਦੀ ਨੇ ਇਸ ਆਰਟ ਨੂੰ ਰੈਫਰ ਕੀਤਾ ਹੈ ਨਿਊਜ਼ 'ਚ, ਤਾਂ ਓਬਵੀਅਸਲੀ ਆਪਣੇ ਲਈ ਇੰਪੋਰਟੈਂਟ ਬਣ ਜਾਂਦੀ ਹੈ। ਪ੍ਰੀਲਿਮਸ ਮੇਨਸ ਹਰ ਜਗ੍ਹਾ ਯੂਜ਼ ਕਰ ਸਕਦੇ ਹਾਂ। ਐਂਡ ਫਾਈਨਲੀ ਨੀਤੀ ਆਯੋਗ ਦੀ ਇੱਕ ਨਵੀਂ ਰਿਪੋਰਟ ਆਈ ਹੈ ਔਨ ਮਲਟੀ ਡਾਇਮੈਂਸ਼ਨਲ ਪੋਵਰਟੀ ਇਨ ਇੰਡੀਆ। ਅਗੇਨ ਸਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਆਨਸਰਸ 'ਚ ਯੂਜ਼ ਕਰ ਸਕਦੇ ਹਾਂ, ਐਸੇਸ 'ਚ ਯੂਜ਼ ਕਰ ਸਕਦੇ ਹਾਂ, ਰਾਈਟ? ਨਾਓ ਲੈਟਸ ਗੈਟ ਇਨਟੂ ਦ ਡਿਸਕਸ਼ਨ। ਇੰਡੀਆ UAE ਰਿਲੇਸ਼ਨਸ ਤੇ ਫਸਟ ਆਰਟੀਕਲ ਆਪਣਾ ਸੈਟ ਟੂ ਯੂਜ਼ ਰੁਪੀ। ਦੇਖੋ ਬਹੁਤ ਮੇਜਰ ਡਿਵੈਲਪਮੈਂਟ ਹੈ। ਅਗਰ ਤੁਸੀਂ ਦੇਖੋ ਪਾਸਟ ਵਿੱਚ ਇੰਡੀਆ ਦੇ ਰਿਲੇਸ਼ਨਸ ਵਿਦ ਦੀ ਮਿਡਲ ਈਸਟਰਨ ਕੰਟਰੀਜ਼ ਕਾਫੀ ਬੁਰੇ ਹੀ ਹੁੰਦੇ ਸੀ, ਤੁਸੀਂ ਕਹਿ ਸਕਦੇ ਹੋ ਯੂਜੂਅਲੀ, ਕਿਉਂਕਿ these are Islamic countries, usually they used to side with Pakistan because of religious affinity, and India is a Hindu majority country, ਤਾਂ ਟ੍ਰੈਡੀਸ਼ਨਲੀ ਰਿਲੇਸ਼ਨਸ ਜ਼ਿਆਦਾ ਅੱਛੇ ਨਹੀਂ ਸੀ। ਇੰਡੀਆ ਹਮੇਸ਼ਾ ਡਿਪੈਂਡੈਂਟ ਰਹਿੰਦਾ ਸੀ ਫॉर ਇਟਸ એનર્ਜੀ ਨੀਡਸ, ਠੀਕ ਹੈ? ਆਇਲ ਦੀ ਸਪਲਾਈ ਲਈ ਇੰਡੀਆ ਬਹੁਤ ਹੀ ਡਿਪੈਂਡੈਂਟ ਰਿਹਾ ਹੈ ਮਿਡਲ ਈਸਟਰਨ ਕੰਟਰੀਜ਼ ਤੇ, ਬਟ ਨਾਓ ਦੀ ਡਾਇਨਾਮਿਕਸ ਆਫ ਦੀ ਰਿਲੇਸ਼ਨਸ ਆਰ ਚੇਂਜਿੰਗ, ਠੀਕ ਹੈ? the relationship is becoming more of interdependent and more of productive relationship, ਰਾਈਟ? ਸੋ ਹੁਣ ਇਹ ਨਹੀਂ ਹੈ ਕਿ ਸਿਰਫ ਇੰਡੀਆ ਹੀ ਡਿਪੈਂਡੈਂਟ ਹੈ, ਹੁਣ ਦੋਨੋਂ ਹੀ ਕੰਟਰੀਜ਼
ਟ੍ਰੇਡ, ਇਨਵੈਸਟਮੈਂਟ, ਫਲੋ ਆਫ ਪੀਪਲ, ਇਹ ਸਭ ਤੋਂ ਬੈਨੀਫਿਟ ਵੀ ਕਰ ਰਹੀਆਂ ਨੇ ਤੇ ਇਸ ਤੇ ਫੋਕਸ ਵੀ ਕਰ ਰਹੀਆਂ ਹੈ। ਟੂਰਿਜ਼ਮ ਹੋ ਗਿਆ, ਮਨੀ ਐਕਸਚੇਂਜ, ਕਰੰਸੀ ਵਗੈਰਾ ਜੋ ਆਪਾਂ ਲੇਟੈਸਟ ਦੇਖ ਰਹੇ ਹਾਂ। ਠੀਕ ਹੈ, ਸੋ ਦਿਸ ਇਜ਼ ਅ ਵੈਰੀ ਸਿਗਨੀਫਿਕੈਂਟ ਡਿਵੈਲਪਮੈਂਟ। ਤਾਂ ਹੁਣ ਨਵੇਂ MOUs ਜਾਂ ਅਗਰੀਮੈਂਟਸ ਕਿਆ ਸਾਈਨ ਕੀਤੇ ਗਏ ਆ ਆਪਾਂ ਉਹ ਦੇਖਾਂਗੇ। ਰਾਈਟ, ਸੋ ਆਪਣੇ ਇੰਡੀਆ ਦੇ RBI ਤੇ UAE ਦੇ ਸੈਂਟਰਲ ਬੈਂਕ ਦੇ ਵਿੱਚ ਕੁਝ ਅਗਰੀਮੈਂਟਸ ਹੋਏ ਨੇ ਇਨ ਦੀ ਫਾਈਨੈਂਸ਼ੀਅਲ ਸੈਕਟਰ। ਠੀਕ ਹੈ, ਜੋ ਕਿ ਬਹੁਤ ਇੰਪੋਰਟੈਂਟ ਹੈ। ਫਰਸਟਲੀ ਅਗਰੀਮੈਂਟ ਵਿਲ ਬੀ ਔਨ ਯੂਜ਼ਿੰਗ ਲੋਕਲ ਕਰੰਸੀਜ਼। ਦੋਨੋਂ ਕੰਟਰੀਜ਼ ਇੱਕ ਦੂਸਰੇ ਨਾਲ ਟ੍ਰੇਡ ਕਰਦੇ ਹੋਏ ਲੋਕਲ ਕਰੰਸੀ ਯੂਜ਼ ਕਰਨ ਦੀ ਕੋਸ਼ਿਸ਼ ਕਰਨਗੀਆਂ। ਰਾਈਟ, ਇੰਸਟੈਡ ਆਫ ਯੂਜ਼ਿੰਗ ਡਾਲਰ ਐਂਡ ਆਲ we are focusing on now using our own local currencies। ठीक है, ये बहुत ਵੱਡੀ ਡਿਵੈਲਪਮੈਂਟ ਹੈ in the way of using local currencies, ਤਾਕਿ ਕਿਸੇ ਇੱਕ ਕਰੰਸੀ ਨੂੰ, ਕਿਸੇ ਇੱਕ ਕੰਟਰੀ ਨੂੰ ਇੰਨੀ ਇੰਪੋਰਟੈਂਸ ਨਾ ਮਿਲੇ। ਰਾਈਟ, ਸੋ ਦਿਸ ਇਜ਼ ਐਨ ਇੰਪੋਰਟੈਂਟ ਡਿਵੈਲਪਮੈਂਟ। ਇਸ ਤੋਂ ਵੀ ਜ਼ਿਆਦਾ ਇੰਪੋਰਟੈਂਟ, ਦੋਨੋਂ ਕੰਟਰੀਜ਼ ਆਪਦੇ ਪੇਮੈਂਟ ਸਿਸਟਮਸ, ਮੈਸੇਜਿੰਗ ਸਿਸਟਮਸ ਨੂੰ ਇੰਟਰਲਿੰਕ ਕਰ ਰਹੀਆਂ ਹੈ। ਜਿਵੇਂ ਕਿ ਇੰਡੀਆ ਵਿੱਚ UPI ਹੈ, ਐਵੇਂ ਹੀ UAE ਵਿੱਚ ਵੀ ਪੇਮੈਂਟ ਸਿਸਟਮਸ ਨੇ, ਡਿਜੀਟਲ ਪੇਮੈਂਟ ਸਿਸਟਮਸ ਨੇ। all of that will be linked। ਠੀਕ ਹੈ, ਤਾਂ ਫਿਰ ਆਪਾਂ ਅਗਰ ਦੁਬਈ ਜਾਂਦੇ ਹਾਂ, ਲੈਟਸ ਸਪੋਜ਼ we will be able to use maybe our UPI also there। ਰਾਈਟ, ਕੁਝ ਕੰਡੀਸ਼ਨਸ ਦੇ ਨਾਲ, ਕੁਝ ਵੇਰੀਏਸ਼ਨਸ ਦੇ ਨਾਲ ਉੱਥੇ ਖੜੇ ਹੋ ਕੇ ਆਪਾਂ UPI ਹੀ ਯੂਜ਼ ਕਰ ਪਾਵਾਂਗੇ। ਆਲਰੇਡੀ ਸਿੰਗਾਪੁਰ ਨਾਲ ਆਪਣੀ ਇਹ ਜਿਹੀ ਅਰੇਂਜਮੈਂਟ ਹੈ, ਬਟ ਦਿਸ ਹੈਜ਼ ਬਿਕਮ ਦ ਸੈਕੰਡ ਕੰਟਰੀ ਜਿੱਥੇ ਆਪਣੀ ਇਸ ਤਰੀਕੇ ਦੀ ਅਰੇਂਜਮੈਂਟ ਹੋਏਗੀ। ਐਂਡ ਦਿਸ ਇਜ਼ ਅ ਵੈਰੀ ਸਿਗਨੀਫਿਕੈਂਟ ਡਿਵੈਲਪਮੈਂਟ, ਆਲਸੋ ਕੰਸੀਡਰਿੰਗ ਦਾ ਫੈਕਟ ਦੈਟ ਇੰਡੀਆ ਦਾ ਬਹੁਤ ਵੱਡਾ ਡਾਇਸਪੋਰਾ, ਬਹੁਤ ਸਾਰੇ ਲੋਕ, ਮਿਲੀਅਨਸ ਚ ਪੀਪਲ ਦੇ ਆਰ ਲਿਵਿੰਗ ਇਨ ਮਿਡਲ ਈਸਟਰਨ ਕੰਟਰੀਜ਼, ਸਪੈਸ਼ਲੀ ਇਨ UAE ਆਲਸੋ। ਦੁਬਈ ਚ ਤੁਸੀਂ ਕਦੀ ਵੀ ਜਾਓ, ਤੁਹਾਨੂੰ ਇੰਨੇ ਇੰਡੀਅਨਸ ਮਿਲ ਜਾਣਗੇ ਐਟ ਲੋਕਲ ਬਿਜ਼ਨੈਸਿਸ, ਲੋਕਲ ਵਰਕਰਸ ਜੌਬਸ ਕਰਦੇ ਹੋਏ। ਤਾਂ ਉਹਨਾਂ ਲਈ ਇਹ ਕਾਫੀ ਈਜ਼ੀ ਹੈ ਮਨੀ ਟ੍ਰਾਂਸਫਰ ਕਰਨਾ। ਇੰਡੀਆ ਤੇ ਦਿਰਹਾਮ ਵਿੱਚ, ਇੰਡੀਆ ਦੇ ਰੁਪੀ ਤੇ ਦਿਰਹਾਮ ਵਿੱਚ ਟ੍ਰੇਡ ਕਰਨਾ, ਐਕਸਚੇਂਜਸ ਕਰਨਾ ਵਿਲ ਬੀ ਵੈਰੀ ਈਜ਼ੀ ਫॉर ਅਸ। ਠੀਕ ਹੈ, ਸੋ ਇਹ ਦੋ ਨਵੀਂ ਡਿਵੈਲਪਮੈਂਟਸ ਯਾਦ ਰੱਖਣੀ ਹੈ। ਓਵਰਆਲ ਅਗਰ ਤੁਸੀਂ ਦੇਖੋ, ਇੰਡੀਆ UAE ਦੇ ਰਿਲੇਸ਼ਨਸ ਜਿਹੜੇ ਆ ਕਾਫੀ ਜ਼ਿਆਦਾ ਇੰਪਰੂਵ ਕਰ ਰਹੇ ਨੇ। UAE ਇੱਕ ਕੰਟਰੀ ਹੈ ਜਿਹੜੀ ਕਿ ਬਹੁਤ ਫੋਕਸ ਕਰ ਰਹੀ ਹੈ ਆਪਦੀ ਇਕਨੋਮਿਕ ਗਰੋਥ ਤੇ ਟੈਕਨੋਲੋਜੀਕਲ ਪ੍ਰਾਉਐਸ ਤੇ। राइट, एंड इसीलिए ये नहीं देख रही हूं कि इंडिया नाल रिलीजियस अफिनिटी क्या है। ठीक है, नाउ इट इज नॉट गोइंग इनटू दैट ट्रेडिशनल माइंडसेट, रादर इन्हां दा ग्रोथ माइंडसेट बन चुकिया है ते इंडिया इन्हां नू बहुत वड्डी मार्केट ते पार्टनर लगता है। दैट इज वाई नाउ UAE is India's key partner both at geopolitical level and economic level। ਇਕਨੋਮਿਕ ਲੈਵਲ ਤੇ ਕਿਵੇਂ, ਜਿਵੇਂ ਆ ਇਨੀਸ਼ੀਏਟਿਵਸ ਹੈ, ਟ੍ਰੇਡ ਹੈ, ਇਨਵੈਸਟਮੈਂਟਸ ਹੈ, એનર્ਜੀ ਐਕਸਪੋਰਟਸ ਹੈ, ਬਹੁਤ ਵੱਧ ਰਹੇ ਨੇ। ਤੁਸੀਂ ਦੇਖੋ ਤੁਹਾਡੇ ਘਰੇ ਬਹੁਤ ਸਾਰੇ ਪ੍ਰੋਡਕਟਸ ਮੇਡ ਇਨ ਦੁਬਈ ਆਉਣ ਲੱਗ ਗਏ ਨੇ। ਡਰਾਈ ਫਰੂਟ ਦੇਖ ਲਓ ਤੁਸੀਂ, ਜਾਂ ਹਾਈ ਐਂਡ ਜਿਹੜੀਆਂ ਚੀਜ਼ਾਂ ਹੁੰਦੀਆਂ ਹੈ, ਜਾਂ ਇਵਨ ਬਹੁਤ ਕਾਮਨ ਹੈ, ਆਪਾਂ ਉਹਨੂੰ ਕਿਆ ਕਹਿੰਦੇ ਹੈ, ਆਈ ਹੈਵ ਫੋਰਗॉट दैट नेम, ਡਰਾਈ ਫਰੂਟ ਹੀ ਹੈ ਇੱਕ। ਸੋ ਖੁਮਾਨੀ, ਆਈ ਥਿੰਕ, ਆਮ ਸੌਰੀ, ਕੁਛ ਇਸ ਤਰੀਕੇ ਦਾ ਡਰਾਈ ਫਰੂਟ ਦਾ ਇੱਕ ਪ੍ਰੋਡਕਟ ਹੈ। ਸੋ ਕਹਿਣ ਦਾ ਮਤਲਬ ਬੇਸਿਕਲੀ ਇਹੀ ਹੈ ਕਿ ਦੁਬਈ ਤੋਂ ਵੀ ਕਿੰਨੇ ਪ੍ਰੋਡਕਟਸ ਆ ਰਹੇ ਹੈ, ਇਟ ਇਜ਼ ਬੈਨੀਫਿਟਿੰਗ UAE, ਐਂਡ ਇੰਡੀਆ ਨੂੰ ਵੀ ਪ੍ਰੋਡਕਟਸ ਨਏ ਇਨੋਵੇਟਿਵ ਕੰਜ਼ਿਊਮਰ ਨੂੰ ਮਿਲ ਰਹੇ ਨੇ ਐਟ ਰੀਜ਼ਨੇਬਲ ਪ੍ਰਾਈਸਿਸ। ਠੀਕ ਹੈ, ਜੀਓਪੋਲਿਟੀਕਲ ਲੈਵਲ ਤੇ ਵੀ UAE ਆਪਾਂ ਨੂੰ ਕਾਫੀ ਜਗ੍ਹਾਵਾਂ ਤੇ ਹੈਲਪ ਕਰਦਾ ਹੈ, ਜਿਵੇਂ GCC ਗਲਫ ਕੋਆਪਰੇਸ਼ਨ ਕਾਉਂਸਲ ਵਿੱਚ ਐਂਟਰੀ ਇੰਡੀਆ ਨੂੰ UAE ਦੀ ਹੈਲਪ ਨਾਲ ਹੀ ਮਿਲੀ ਸੀ। ਤਾਂ ਇਸ ਤਰੀਕੇ ਨਾਲ ਦੋਨੋਂ ਦੇ ਇੰਟਰਸਟ ਹੁਣ ਕਨਵਰਜ ਕਰ ਰਹੇ ਹੈ ਤੇ ਪਾਰਟਨਰਸ਼ਿਪ ਕਾਫੀ ਅੱਛਾ ਰੂਪ ਲੈ ਰਹੀ ਹੈ। ਰਾਈਟ, ਟ੍ਰੇਡ ਦੇ ਅਗਰ ਤੁਸੀਂ ਨੰਬਰਸ ਦੇਖੋ, ਦੇ ਆਰ ਇਨਕਰੀਜ਼ਿੰਗ ਓਵਰ ਦੀ ਈਅਰਸ। ਦੋਨਾਂ ਕੰਟਰੀਜ਼ ਨੇ ਟਾਰਗੇਟ ਵੀ ਰੱਖਿਆ ਹੈ ਕਿ 2030 ਆਉਣ ਤੱਕ ਨॉन ਪੈਟਰੋਲ, ਠੀਕ ਹੈ, ਆਇਲ ਨੂੰ ਛੱਡ ਕੇ ਬਾਕੀ ਏਰੀਆ 'ਚ ਆਪਦਾ ਟ੍ਰੇਡ ਜਿਹੜਾ ਹੈ ਉਹ ਡਬਲ ਕਰਨਗੇ। that means they will take the trade to $100 billion, which is a very very huge amount for two countries to have as a measure। UAE ਆਪਣਾ one of the largest trade partner ਹੀ ਹੈ। ਤੁਸੀਂ ਦੇਖੋ USA, UAE, ਚਾਈਨਾ, these are our largest trade partners। ਰਾਈਟ, ਸੋ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦਾ ਟਾਰਗੇਟ ਹੈ ਹੋਰ ਵੀ ਐਕਸੀਡ ਕਰਨਾ। ਰਾਈਟ, ਹੁਣ ਆ ਡਿਜੀਟਲ ਪੁਸ਼ ਜਿਹੜਾ ਮਿਲੂਗਾ ਇਹ ਨਵੇਂ ਪੇਮੈਂਟ ਸਿਸਟਮਸ ਵਗੈਰਾ ਤੋਂ, ਇਟ ਵਿਲ ਆਲਸੋ ਇਨਕਰੀਜ਼ ਦੀ ਫਲੋ ਆਫ ਰੈਮਿਟੈਂਸਿਸ। ਜਿਵੇਂ ਮੈਂ ਤੁਹਾਨੂੰ ਦੱਸਿਆ, ਇੰਡੀਅਨਸ ਬਹੁਤ ਉੱਥੇ ਰਹਿੰਦੇ ਆ, ਵਰਕ ਕਰਦੇ ਹੈ, ਦੇ ਵਿਲ ਬੀ ਸੈਂਡਿੰਗ ਈਜ਼ੀਲੀ ਮਨੀ, ਤੇ ਇਨਵੈਸਟਮੈਂਟਸ ਦਾ ਫਲੋ ਵੀ ਕਾਫੀ ਈਜ਼ੀ ਹੋ ਜਾਏਗਾ, ਜਿਵੇਂ ਆਪਣੇ ਪੇਮੈਂਟ ਸਿਸਟਮਸ ਵਗੈਰਾ ਇੰਟਰਲਿੰਕ ਹੋ ਰਹੇ ਆ, ਬੈਂਕਸ ਜਿਹੜੇ ਆ ਇੰਟਰੈਕਟ ਕਰ ਰਹੇ ਨੇ। ਰਾਈਟ, ਸੋ these are very significant developments। ਇੰਡੀਆ UAE ਰਿਲੇਸ਼ਨਸ 'ਚ ਲਿਖ ਕੇ ਰੱਖੋ, ਇਟ ਵਿਲ ਹੈਲਪ ਯੂ ਆਨਸਰ ਵੈਲ। ਰਾਈਟ, ਨਾਓ ਫਲੱਡਿੰਗ ਦੀ ਸਿਚੁਏਸ਼ਨ ਬਹੁਤ ਚੱਲ ਰਹੀ ਹੈ ਪੰਜਾਬ ਵਿੱਚ, ਬਹੁਤ ਇੰਪੋਰਟੈਂਟ ਟੌਪਿਕ ਹੈ। ਫਲੱਡ ਐਜ਼ ਅ ਡਿਜ਼ਾਸਟਰ, ਫਲੱਡ ਐਜ਼ ਅ ਜਿਓਗ੍ਰਾਫਿਕਲ
जियो फिजिकल फिनोमना काफी इंपॉर्टेंट है, तो ये बारे इंफॉर्मेशन याद करना जरूरी है। सो डिटेल इंफॉर्मेशन मैं ऑलरेडी डिस्कस कर चुकी हैं। आई लिंक दैट वीडियो हेयर जिस च मैंने डिस्कशन की सी। टुडे सम न्यू पॉइंट्स आर देयर, ਜਿਵੇਂ ਕਿ ਇਕਨੋਮਿਕ ਇੰਪੈਕਟ ਆਫ ਫਲੱਡਸ ਤੇ ਇਹ ਕੁਝ ਡਾਟਾ ਆਇਆ ਹੈ। ਪੰਜਾਬ ਵਿੱਚ ਅਗਰ ਤੁਸੀਂ ਦੇਖੋ, ਓਵਰ ਇਟ ਇਜ਼ ਸੈਡ ਓਵਰ 1.6 ਲੱਖ ਹੈਕਟੇਅਰਸ ਆਫ ਫਾਰਮਲੈਂਡ ਹੈਜ਼ ਬੀਨ ਇਫੈਕਟਡ ਬਾय the floods। ठीक है, so this data you can use when you are writing about the impact of floods। this is a diagram, although a map jada hai difficult to remember hai, but if you can use this map in your paper then ਕਾਫੀ ਅੱਛਾ point ਮਿਲੇਗਾ। although ਇਹਨੂੰ draw ਕਰਨ ਤੇ ਇਹਨੂੰ ਸਾਰੇ ਯਾਦ ਕਰਨ ਤੇ time and effort काफी लगेगा, you have to decide, but if you are able to consume it, it can give you good marks in the examination, right। ਇਕਨੋਮਿਕ ਇੰਪੈਕਟ ਤੋਂ ਬਾਅਦ ਕਾਫੀ ਜ਼ਿਆਦਾ ਸੋਸ਼ਲ ਇੰਪੈਕਟ ਵੀ ਆਪਾਂ ਦੇਖ ਰਹੇ ਹਾਂ ਲੋਕਾਂ ਦੇ ਉੱਤੇ। ਸਭ ਤੋਂ ਉਹਦੀਆਂ ਵੀ ਕੁਝ ਐਗਜ਼ਾਮਪਲਸ ਆਪਾਂ ਦੇਖ ਰਹੇ ਹਾਂ, ਜਿਵੇਂ ਕਿ ਅਗਰ ਤੁਸੀਂ ਆਪਣਾ ਬਾਰਡਰ ਵਿਲੇਜ ਦੇਖੋ, ਮੁਥਿਆਨ ਵਾਲਾ ਇੱਕ ਬਾਰਡਰ ਵਿਲੇਜ ਹੈ ਆਪਣਾ, ਉੱਥੇ 100 ਤੋਂ ਵੱਧ ਫੈਮਲੀਆਂ ਜਿਹੜੀਆਂ ਹੈ ਉਹ ਫਸ ਕੇ ਰਹਿ ਗਈਆਂ ਹੈ। ਇਹ ਇੰਡੀਆ ਦੇ ਸਾਈਡ ਤੋਂ ਜਿੰਨੀ ਵੀ ਇਹਦੀਆਂ 3 ਸਾਈਡਸ ਲੱਗਦੀਆਂ ਨੇ ਉਹ ਤਿੰਨੋਂ ਪਾਣੀ ਨਾਲ ਬਲੌਕ ਹੋ ਗਈਆਂ ਹੈ। ਇਹ ਆਈਲੈਟ ਦੀ ਤਰ੍ਹਾਂ ਬਣ ਕੇ ਰਹਿ ਗਿਆ ਹੈ, ਸਮਝ ਲਓ ਹਰ ਤਰਫ ਪਾਣੀ ਹੀ ਪਾਣੀ ਹੈ। ਇੱਧਰ ਪਾਕਿਸਤਾਨ ਦਾ ਬਾਰਡਰ ਹੋਏਗਾ, ਰਾਈਟ, ਇੱਧਰ ਇਹ ਜਾ ਨਹੀਂ ਸਕਦੇ, ਐਂਡ ਸੋ ਦੇ ਹੈਵ ਬਿਕਮ ਆਈਸੋਲੇਟਡ ਫਰਮ ਦੀ ਇੰਟਾਇਰ ਇੰਡੀਅਨ ਰੀਜਨ, ਰਾਈਟ। ਤਾਂ ਇਹ ਬਹੁਤ ਵੱਡਾ ਇੰਪੈਕਟ ਹੈ ਇਹਨਾਂ ਦੀ ਡੇਲੀ ਲਾਈਫਸ ਤੇ। ਵਰਕ ਲਈ ਅਗਰ ਕਿਤੇ ਜਾਂਦੇ ਨੇ, ਐਜੂਕੇਸ਼ਨ ਲਈ ਕਿਤੇ ਜਾਂਦੇ ਆ, ਬਿਜ਼ਨਸ ਲਈ ਕਿਤੇ ਜਾਂਦੇ ਆ, ਦੇ ਕੈਨ ਨਾਟ ਮੂਵ ਆਊਟ, ਸੋ ਦੇ ਆਰ ਕਾਈਂਡ ਆਫ ਕੱਟ ਆਫ ਫਰਮ ਦੀ ਆਊਟਸਾਈਡ ਵਰਲਡ since the past 6 days। ਤਾਂ ਇਹ ਬਹੁਤ ਵੱਡਾ ਇਸ਼ੂ ਹੈ। ਇਹਨਾਂ ਲੋਕਾਂ ਕੋਲ ਫੂਡ ਖਤਮ ਹੋ ਗਿਆ ਹੈ, देयर ਇੰਟਾਇਰ ਰਾਸ਼ਨ हैज बिन गोइंग आउट। ਇਹਨਾਂ ਦਾ ਹੀ ਕਿ ਜਿੱਥੇ ਜਿੱਥੇ ਫਲੱਡ ਵਿਟਨੈਸ ਕੀਤਾ ਗਿਆ ਹੈ ਉੱਥੇ ਲੋਕਾਂ ਨੂੰ ਰਾਸ਼ਨ ਦਾ ਪ੍ਰੋਬਲਮ ਆਂਦਾ ਹੈ। ਐਨੀਮਲਸ ਦੀ ਫੀਡ ਫੋਡਰ ਜਿਹੜਾ ਹੈ ਉਹ ਬਹਿ ਗਿਆ ਹੈ, ਡੁੱਬ ਗਿਆ ਹੈ, ਦੈਟ ਇਜ਼ ਅ ਬਿਗ ਪ੍ਰੋਬਲਮ। ਸਭ ਤੋਂ ਵੱਡੀ ਇਸ਼ੂ ਕਿ ਸਭ ਲੋਕਾਂ ਦੇ ਘਰ ਜਿਹੜੇ ਹੈ ਸੈਂਡ ਸਿਲਟ ਨਾਲ ਭਰ ਚੁੱਕੇ ਹੈ। ਠੀਕ ਹੈ, ਇਹਨੂੰ ਸਾਫ਼ ਕਰਨਾ, ਕਲੀਅਰ ਕਰਨਾ, ਨੋਰਮਲ ਲਾਈਫ ਬਿਗਨ ਕਰਨਾ ਹੀ ਲੱਖਾਂ ਦੀ ਗੇਮ ਬਣ ਗਈ ਹੈ, ਰਾਈਟ। ਦੈਨ ਅਗੇਨ ਅ ਵੈਰੀ ਬਿਗ ਇਸ਼ੂ। ਐਂਡ ਦੈਨ ਹੈਲਥ ਇਸ਼ੂਜ਼ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਹੈ। ਜਦੋਂ ਫਲੱਡਿੰਗ ਆਉਂਦੀ ਹੈ ਹੈਲਥ ਇਸ਼ੂਜ਼ ਕਾਫੀ ਆਉਂਦੇ ਆ। ਕਈ ਵਾਰ ਤਾਂ ਜਾਨਵਰ, ਸਨੇਕਸ, ਕ੍ਰੋਕੋਡਾਈਲਸ ਵਗੈਰਾ ਇਹ ਬਾਈਟਿੰਗ ਵਗੈਰਾ ਹੋ ਜਾਂਦੀ ਹੈ, ਤੁਸੀਂ ਸੋਸ਼ਲ ਮੀਡੀਆ ਤੇ ਵੀਡੀਓਜ਼ ਵੀ ਦੇਖੀਆਂ ਹੋਣਗੀਆਂ। ਅਦਰਵਾਈਜ਼ ਆਲਸੋ ਡਾਇਰੀਆ ਵਗੈਰਾ, ਪੇਟ ਦੀਆਂ ਬਿਮਾਰੀਆਂ, ਇੰਟੈਸਟਾਈਨਲ ਬਿਮਾਰੀਆਂ ਕਾਫੀ ਹੁੰਦੀਆਂ ਹੈ। ਗੰਦਾ ਪਾਣੀ, ਸੀਵੇਜ ਦਾ ਪਾਣੀ ਮਿਕਸ ਹੋ ਜਾਂਦਾ ਹੈ ਇਨ ਫਲੱਡਿੰਗ ਸਿਚੁਏਸ਼ਨ, ਤਾਂ ਕਾਫੀ ਜ਼ਿਆਦਾ ਵੈਕਟਰ ਬੋਰਨ ਡਿਸੀਜ਼ਜ਼ ਦਾ ਇੰਪੈਕਟ ਰਹਿੰਦਾ ਹੈ, ਰਾਈਟ। ਤਾਂ ਐਡਮਿਨਿਸਟ੍ਰੇਸ਼ਨ ਨੇ ਮੈਡੀਕਲ ਕੈਂਪਸ ਤਾਂ ਲਗਾਏ ਨੇ, ਬਟ ਥੀਜ਼ ਆਰ ਗ੍ਰੇਟ large impacts of floods that Punjab is witnessing। ਇਹ ਸਾਡੇ ਲਈ ਇੱਕ ਰਿਮਾਈਂਡਰ ਹੈ that we need to focus on flood governance as a country, as a state। ਅਗਰ ਅਸੀਂ ਆਪਦੇ ਫਲੱਡਸ ਅੱਛੇ ਤਰੀਕੇ ਨਾਲ ਮੈਨੇਜ ਨਹੀਂ ਕਰ ਪਾਵਾਂਗੇ, we are going to witness great tragedies in the future। ਸੋ ਇਸੇ ਲਈ ਆਪਾਂ ਨੂੰ ਮੈਜਰਸ ਲੈਣੇ ਜ਼ਰੂਰੀ ਨੇ, ਰਾਈਟ। ਸੋ ਮੈਜਰਸ ਵਗੈਰਾ ਇਹ ਸਭ ਮੈਂ ਆਲਰੇਡੀ ਡਿਸਕਸ ਕਰ ਚੁੱਕੀ ਹਾਂ। I'll try to link the video here। Now, third टॉपिक ऑफ डिस्कशन, पंजाब सीइंग चेंजेस इन मॉनसून पैटर्न। एक नवी स्टडी आई है जिहड़ी कि दस रही है पंजाब च मॉनसून दे इफैक्ट्स, पैटर्न्स वगैरह वो चेंज हो रहे ने। नाउ व्हाट आर द चेंजेस दैट हैव बीन ऑब्जर्व्ड बाय दिस स्टडी। फर्स्ट चेंज तो ये है कि हाई वेरिएबिलिटी इन द अमाउंट ऑफ रेन। हाई वेरिएबिलिटी मतलब हर साल डिफरेंट डिफरेंट क्वांटिटी ऑफ रेन आती है। जिवें इस साल देखो इन्नी ज्यादा रेन आई है कि फ्लडिंग वाली सिचुएशन आ गई, ते कई कई ਮੰਥਸ ਚ, ਸਾਲਾਂ ਵਿੱਚ ਇੰਨੀ ਘੱਟ ਰੇਨ ਆਉਂਦੀ ਹੈ ਕਿ ਮੋਸਟਲੀ ਪੰਜਾਬ ਇੱਕ ਡੈਜ਼ਰਟ ਬਣਦਾ ਜਾ ਰਿਹਾ ਹੈ, ਰਾਈਟ। ਇਟ ਇਜ਼ ਆਲਸੋ ਸੇਇੰਗ ਕਿ ਪੰਜਾਬ ਵਾਟਰ ਡੈਫਿਸਿਟ ਡਿਜ਼ਰਟ ਬਣਦਾ ਜਾ ਰਿਹਾ ਹੈ। ਬਹੁਤ ਹੀ ਅੱਛਾ ਵਰਡ ਹੈ, ਪੰਜਾਬ ਇਜ਼ ਕਨਵਰਟਿੰਗ ਇਨਟੂ ਵਾਟਰ ਡੈਫਿਸਿਟ ਡਿਜ਼ਰਟ, ਕਿਉਂਕਿ ਹਾਈ ਵੇਰੀਏਬਿਲਿਟੀ ਤਾਂ ਹੈ ਬਟ ਦੀ ਅਮਾਊਂਟ ਆਫ ਦੀ ਰੇਟ ਆਫ ਰੇਨਫॉल दैट इज डिक्रीजिंग इन पंजाब। ठीक है, अगर लेट्स से पहला 10 mm बारिश ਹੁੰਦੀ ਸੀ ਪਰ ईयर, ठीक है, डू नॉट गो इनटू द नंबर्स, मैं जस्ट रैंडम डाटा ले रही हैं। नाउ इट हैज डिक्रीज्ड, ठीक है, ਤੁਸੀਂ कह लो 8 ਤੋਂ 7 रह गई है। सो ऑब्वियसली पंजाब ਚ ਜਿਹੜਾ ਜ਼ਮੀਨ ਚ ਪਾਣੀ ਹੋਣਾ ਚਾਹੀਦਾ ਹੈ, ਗਰਾਊਂਡ ਵਾਟਰ ਪਾਣੀ ਹੋਣਾ ਚਾਹੀਦਾ ਹੈ ਜਿਹੜਾ ਕਿ ਰੇਨ ਨਾਲ ਰਿਪਲੈਨਿਸ਼ ਹੁੰਦਾ ਹੈ, that is not happening, ਰਾਈਟ। ਪੰਜਾਬ ਇਜ਼ ਐਗਰੀਕਲਚਰ ਸਟੇਟ, ਇਹਨੂੰ ਪਾਣੀ ਚਾਹੀਦਾ ਹੈ ਸਪੈਸ਼ਲੀ ਪੈਡੀ ਵਗੈਰਾ ਕ੍ਰੌਪਸ ਨੂੰ, ਐਂਡ ਪਾਣੀ ਇਜ਼ ਨਾਟ देयर। ਸੋ ਦਿਸ ਇਜ਼ ਅ ਗ੍ਰੇਟ ਇਸ਼ੂ ਫॉर ਪੰਜਾਬ। ਇਹ ਵਾਟਰ ਡੈਫਿਸਿਟ ਡਿਜ਼ਰਟ ਬਣਦਾ ਜਾ ਰਿਹਾ ਹੈ। ਭਾਵੇਂ ਡਿਊਰੇਸ਼ਨ ਆਫ ਮੌਨਸੂਨ ਵੱਧ ਗਿਆ ਹੈ,
कुछ दिन ਲਈ ਇੱਕ ਅੱਧਾ ਦਿਨ ਬਾਰਿਸ਼ ਜ਼ਿਆਦਾ ਆਉਣ ਲੱਗ ਗਈ ਹੈ ਬਟ the amount of rate of rainfall has decreased and it is a very concerning situation ਸਾਡਾ ground water level ਘਟਦਾ ਜਾ ਰਿਹਾ because of our cropping pattern and now rainfall is also not supporting us ਤਾਂ ਇਹ ਕਾਫੀ significant study ਹੈ ਇਹਨੂੰ ਆਪਾਂ ਆਨਸਰਸ 'ਚ यूज ਕਰ ਸਕਦੇ ਹਾਂ do make a note of this study with you right next ਹੈ ਬਹੁਤ ਹੀ ਲੈਸ ਲਾਈਕਲੀਹੁਡ ਹੈ ਕਿ ਇਹ ਤੇ ਕੁਐਸਚਨ ਆਵੇ ਬਟ ਬਿਕੋਜ਼ ਨਿਊਜ਼ 'ਚ ਹੈ ਤਾਂ ਆਈ ਵਿਲ ਡਿਸਕਸ ਇਟ ਗੁਰਕੀਰਤ ਕਿਰਪਾਲ ਸਿੰਘ ਜਿਹੜੇ ਨੇ ਪੰਜਾਬ ਦੇ ਨਿਊ ਹੋਮ ਸੈਕਟਰੀ ਬਣ ਗਏ ਨੇ ਕਈ ਵਾਰ ਪਰਸਨੈਲਿਟੀ ਬੇਸਡ ਕੁਐਸਚਨ ਪ੍ਰੀਲਿਮਸ 'ਚ ਆ ਜਾਂਦੇ ਨੇ ਆਪਣਾ ਨਿਊ ਹੋਮ ਸੈਕਟਰੀ ਕੌਣ ਹੈ ਆਲਦੋ ਵੈਰੀ ਵੈਰੀ ਲੈਸ ਲਾਈਕਲੀ ਆਲਮੋਸਟ ਇੰਪੋਸੀਬਲ ਕਿ ਇਹ ਤੇ ਪੁੱਛਿਆ ਜਾਵੇ ਬਟ ਬਿਕੋਜ਼ ਇਟ ਵਾਜ਼ ਇਨ ਨਿਊਜ਼ ਆਈ ਹੈਵ ਟੋਲਡ ਆਪਾਂ ਇੱਥੇ ਡਿਸਕਸ ਕਰ ਲਿਆ ਹੈ ਇਹਦਾ ਜ਼ਿਆਦਾ ਕੁਝ ਕਰਨ ਦੀ ਜ਼ਰੂਰਤ ਨਹੀਂ ਹੈ ਅਗਰ ਕੁਐਸਚਨ ਆਏਗਾ ਤਾਂ ਤੁਸੀਂ ਵੈਸੇ ਹੀ ਆਨਸਰ ਕਰ ਪਾਓਗੇ ਇੱਕ ਵਾਰ ਡਿਸਕਸ਼ਨ ਹੀ ਬਹੁਤ ਹੈ ਇਹਦੇ ਤੇ right next revival of namda art right ਇੱਕ ਨਾਮਦਾ ਆਰਟ ਨਾਮ ਦੀ ਆਰਟ ਐਂਡ ਕਰਾਫਟ ਦਾ ਇੱਕ ਫੀਚਰ ਹੈ ਜਿਹੜਾ ਕਿ ਕਸ਼ਮੀਰ 'ਚ ਇਹ ਆਰਟ ਪਾਈ ਜਾਂਦੀ ਸੀ ਇਹ ਕਾਫੀ ਆਲਮੋਸਟ ਐਕਸਟਿੰਕਟ ਹੋਣ ਵਾਲੀ ਸੀ ਕਿਉਂਕਿ ਲੋਕ ਇਹਨੂੰ ਪ੍ਰੈਕਟਿਸ ਨਹੀਂ ਕਰਦੇ ਆ ਹੁਣ ਰਾਈਟ ਤਾਂ ਹੁਣ ਇਹਨੂੰ ਰਿਵਾਈਵ ਕੀਤਾ ਗਿਆ ਹੈ ਹਾਓ ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਇਹ ਰਿਵਾਈਵ ਕਿਵੇਂ ਹੋਈ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਠੀਕ ਹੈ ਯਾਨੀ ਕਿ ਯੂਥ ਸਕਿਲਿੰਗ ਪ੍ਰੋਗਰਾਮ ਹੈ ਜਿਹੜਾ ਪੰਜਾਬ ਇੰਡੀਆ ਦਾ ਉਹਦੇ ਅੰਡਰ ਕਿਆ ਕੀਤਾ ਗਵਰਨਮੈਂਟ ਨੇ ਕਿ ਕਾਫੀ ਸਾਰੇ ਕਸ਼ਮੀਰੀ ਯੂਥ ਜਾਂ ਅਦਰ ਯੂਥਸ ਨੂੰ ਨਾਮਦਾ ਆਰਟ 'ਚ ਹੀ ਸਕਿੱਲ ਪ੍ਰੋਵਾਈਡ ਕੀਤੀ ਹੈ ਠੀਕ ਹੈ ਸਕਿੱਲ ਇੰਡੀਆ 'ਚ ਆਪਾਂ ਇਹੀ ਕਰਨਾ ਹੈ ਕਿ ਲੋਕਾਂ ਨੂੰ ਸਕਿੱਲ ਪ੍ਰੋਵਾਈਡ ਕਰੀਏ ਤਾਂ ਕਿ ਉਹ ਸਕਿੱਲ ਯੂਜ਼ ਕਰਕੇ ਆਪਦੀ ਇੰਪਲੋਇਮੈਂਟ ਅਰਨ ਕਰ ਸਕਣ ਤਾਂ ਇਸ ਪ੍ਰੋਗਰਾਮ ਦੇ ਅੰਡਰ ਕਿਆ ਕੀਤਾ ਗਿਆ ਕਿ ਕਸ਼ਮੀਰੀ ਯੂਥ ਨੂੰ ਉਹਨਾਂ ਦੀ ਡਾਇੰਗ ਆਰਟ ਵਿੱਚ ਹੀ ਟ੍ਰੇਨ ਕੀਤਾ ਗਿਆ ਤਾਂ ਕਿ ਇਹਨਾਂ ਨੂੰ ਫਿਊਚਰ 'ਚ ਜਾ ਕੇ ਇੰਪਲੋਇਮੈਂਟ ਵੀ ਮਿਲੇ ਤੇ ਸਾਡੀ ਆਰਟ ਹੈਰੀਟੇਜ ਕਲਚਰ ਵੀ ਜ਼ਿੰਦਾ ਰਵੇ ਵਿਦ ਥੀਸ ਨਿਊਲੀ ਟ੍ਰੇਨਡ ਯੂਥ ਠੀਕ ਹੈ ਇਹ ਬਹੁਤ ਹੀ ਅੱਛੀ ਗੁੱਡ ਗਵਰਨੈਂਸ ਦੀ ਐਗਜ਼ਾਮਪਲ ਹੈ ਐਜ਼ ਐਨ ਐਗਜ਼ਾਮਪਲ ਤੁਸੀਂ ਯੂਜ਼ ਕਰ ਸਕਦੇ ਹੋ ਕਿਵੇਂ ਗਵਰਨਮੈਂਟ ਨੇ ਆਪਦੀ ਸਕੀਮ ਨੂੰ ਬਹੁਤ ਅੱਛੇ ਤਰੀਕੇ ਨਾਲ ਸਕਿੱਲਫੁਲੀ ਯੂਜ਼ ਕੀਤਾ ਹੈ ਦੈਟ ਇਜ਼ ਪ੍ਰੋਟੈਕਟਿੰਗ ਦੀ ਇੰਟਰਸਟ ਆਫ ਯੂਥ ਆਲਸੋ ਐਂਡ ਆਵਰ ਹੈਰੀਟੇਜ ਆਲਸੋ ਠੀਕ ਹੈ ਤਾਂ ਇਹਨੂੰ ਐਜ਼ ਐਨ ਐਗਜ਼ਾਮਪਲ ਆਪਦੇ ਆਨਸਰਸ ਐਸਐਸ 'ਚ ਯੂਜ਼ ਕਰ ਸਕਦੇ ਹੋ ਬਹੁਤ ਅੱਛੀ ਐਗਜ਼ਾਮਪਲ ਹੈ ਰਾਈਟ ਹੁਣ ਇਨ ਜਨਰਲ ਨਾਮ ਦਾ ਆਰਟ ਤੇ ਕੁਐਸਚਨ ਵੀ ਆ ਸਕਦਾ ਹੈ ਸੋ ਆਈ ਹੈਵ ਗਿਵਨ ਦੋਜ਼ ਡਿਟੇल्स ਆਲਸੋ ਸੋ ਇਟ ਇਜ਼ ਅ ਨੀਅਰ ਐਕਸਟਿੰਕਟ ਆਰਟ ਫॉर्म ऑफ कश्मीर इसलिए काफी इंपॉर्टेंट है ਇਹਨੂੰ ਬਚਾਣਾ ਇਸ ਤਰੀਕੇ ਦੇ ਕਾਰਪੇਟਸ ਤੁਸੀਂ ਪਹਿਲਾਂ ਦੇ ਜ਼ਮਾਨੇ 'ਚ ਬਹੁਤ ਦੇਖੇ ਹੋਣਗੇ this is the ਨਾਮਦਾ ਆਰਟ that we are talking about ਠੀਕ ਹੈ ਟ੍ਰੈਡੀਸ਼ਨਲੀ ਕਮਿੰਗ ਫਰਮ ਕਸ਼ਮੀਰੀ ਕਰਾਫਟ ਇਸ 'ਚ ਸ਼ੀਪ ਦੀ ਵੂਲ ਯੂਜ਼ ਹੁੰਦੀ ਹੈ ਐਂਡ ਹੈਂਡ ਐਮਬ੍ਰੋਇਡਰੀ ਮੇਨਲੀ ਯੂਜ਼ ਹੁੰਦੀ ਹੈ ਟੂ ਫਾਰਮ ਥੀਸ ਕਾਰਪੇਟਸ ਠੀਕ ਹੈ 16th ਸੈਂਚੁਰੀ ਵਿੱਚ ਮਤਲਬ 1500 ਕੁਝ ਇਅਰਸ ਵਿੱਚ ਇਹ ਬਿਗਿਨ ਹੋਈ ਸੀ ਸ਼ਾਹੇ ਹਮਦਾਨ ਨਾਮ ਦੇ ਸੂਫੀ ਸੇਠ ਨੇ ਇਹ ਬਿਗਿਨ ਕੀਤੀ ਸੀ ਰਾਈਟ ਐਂਡ ਇਹ ਬਣਦੇ ਕਿਵੇਂ ਨੇ ਇਹ ਮੈਟਸ ਠੀਕ ਹੈ ਆਪਾਂ ਨੂੰ ਲੱਗ ਰਿਹਾ ਹੋਣਾ ਕਿ ਇਹ ਇੱਕ ਵਾਰ 'ਚ ਹੀ ਬੁਣ ਕੇ ਬਣਾਏ ਹੋਏ ਨੇ ਬਟ ਨਹੀਂ ਐਵੇਂ ਨਹੀਂ ਹੈ ਇਸ 'ਚ ਮਲਟੀਪਲ ਲੇਅਰਸ ਆਫ ਵੂਲ ਆਰ ਫਲੈਟਨਡ ਦੇ ਆਰ ਕੈਪਟ ਓਵਰ ਈਚ ਅਦਰ ਦੈਨ ਉਹਦੇ ਉੱਪਰ ਡਿਜ਼ਾਈਨਿੰਗ ਕੀਤੀ ਜਾਂਦੀ ਹੈ ਬਾਈ ਪ੍ਰੈਸਿੰਗ ਵਿਦ ਦ ਟੂਲ ਕਾਲਡ ਐਸ ਪਿੰਜਰਾ ਠੀਕ ਹੈ so layers of wool will be kept depending on what design you have to make ਤੇ ਇਹਦੇ ਉੱਤੇ then ਇੱਕ ਪਿੰਜਰਾ ਵਗੈਰਾ ਤੁਸੀਂ ਰੱਖੋਗੇ ਜਿਹਦੇ ਨਾਲ ਡਿਜ਼ਾਈਨਿੰਗ ਬਣੇਗੀ ਰਾਈਟ ਸੋ ਮੇਨਲੀ ਇਹਦੇ ਵਿੱਚ ਫਲੋਰਲ ਪੈਟਰਨਸ ਬਣਦੇ ਨੇ ਇਸ ਆਰਟ ਵਿੱਚ ਫਲੋਰਲ ਥੀਮ ਜਿਹੜੀ ਹੈ ਇਹ ਫੋਲੋ ਕਰਦੇ ਨੇ ਤਾਂ ਇਹ ਕਾਫੀ ਸੁੰਦਰ ਹੁੰਦੀ ਹੈ ਸਿਰਫ ਇੰਡੀਆ 'ਚ ਹੀ ਨਹੀਂ ਕਾਫੀ ਪਰਸ਼ੀਅਨ ਵਰਲਡ 'ਚ ਪਾਈ ਜਾਂਦੀ ਹੈ ਈਰਾਨ ਅਫਗਾਨਿਸਤਾਨ ਇੰਡੀਆ ਆਰ ਆਲ ਦ ਏਰੀਆਜ਼ that are practicing this art ਠੀਕ ਹੈ ਇਹਨੂੰ ਯਾਦ ਰੱਖਾਂਗੇ ਪ੍ਰੀਲਿਮਸ 'ਚ ਪੁੱਛਿਆ ਜਾ ਸਕਦਾ ਹੈ ਮੇਨਸ 'ਚ ਤਾਂ ਲੈਸ ਲਾਈਕਲੀਹੁਡ ਹੈ ਬਟ ਪ੍ਰੀਲਿਮਸ 'ਚ ਡੈਫੀਨੇਟਲੀ ਹਾਈ ਪੋਸਿਬਿਲਿਟੀ ਹੈ ਰਾਈਟ ਲਾਸਟ ਟੌਪਿਕ ਜਿਹੜਾ ਅੱਜ ਦੀ ਡਿਸਕਸ਼ਨ ਦਾ ਹੈ ਮਲਟੀ ਡਾਇਮੈਂਸ਼ਨਲ ਪਾਵਰਟੀ ਇੰਡੈਕਸ ਨੀਤੀ ਆਯੋਗ ਨੇ ਇੰਡੀਆ ਦਾ ਲਾਂਚ ਕੀਤਾ ਹੈ ਬਹੁਤ ਹੀ ਜ਼ਰੂਰੀ ਬਣ ਜਾਂਦਾ ਆਪਣੇ ਕੋਲ ਆਨਸਰਸ ਆਪਾਂ ਯੂਜ਼ ਕਰ ਸਕਦੇ ਹਾਂ ਠੀਕ ਹੈ ਸੋ ਇਹਦਾ ਨਾਮ ਕਿਆ ਹੈ ਨੈਸ਼ਨਲ ਮਲਟੀ ਡਾਇਮੈਂਸ਼ਨਲ ਪਾਵਰਟੀ ਇੰਡੈਕਸ ਅ ਪ੍ਰੋਗਰੈਸ ਰਿਵਿਊ 2023 ਠੀਕ ਹੈ ਇਹ ਤਾਂ ਇਹਦਾ ਟਾਈਟਲ ਹੋ ਗਿਆ ਹੁਣ ਇਹ ਕੀ ਕਹਿ ਰਿਹਾ ਇਹਦੀ ਫਾਈਂਡਿੰਗਸ ਕਿਆ ਹੈ ਕਿ ਇੰਡੀਆ ਨੇ 13.5 ਕਰੋੜ ਲੋਕਾਂ ਨੂੰ ਪਾਵਰਟੀ ਚੋਂ ਬਾਹਰ ਕੱਢਿਆ ਹੈ ਸਿੰਸ 2015 ਤੋਂ ਲੈ ਕੇ 2019 ਤੱਕ ਅਗਰ ਤੁਸੀਂ ਦੇਖੋ 13.5 ਕਰੋੜ ਪੀਪਲ 4 ਤੋਂ 5 ਸਾਲਾਂ ਦੇ ਵਿੱਚ ਪਾਵਰਟੀ ਤੋਂ ਬਾਹਰ ਆ ਗਏ ਨੇ ਅ ਵੈਰੀ ਗੁੱਡ ਡਿਵੈਲਪਮੈਂਟ ਮੇਜਰਲੀ ਉੱਤਰ ਪ੍ਰਦੇਸ਼ ਬਿਹਾਰ ਮਹਾਰਾਸ਼ਟਰਾ ਓਡੀਸ਼ਾ ਰਾਜਸਥਾਨ ਚ ਯਾਨੀ ਕਿ ਤੁਹਾਡੀ ਬਿਮਾਰੂ ਸਟੇਟਸ ਜੋ ਹੈ ਉਹਨਾਂ ਚ ਮੋਸਟ ਜੋ ਤੁਸੀਂ ਕਹਿ ਸਕਦੇ ਹੋ
प्रोग्रेस देखी गई है। ਇਹ ਕਾਫੀ ਅੱਛੀ ਅਚੀਵਮੈਂਟ ਹੈ। ਬਿਮਾਰੂ ਸਟੇਟਸ ਯੂਜੂਅਲੀ ਦ ਮੋਸਟ ਬੈਕਵਰਡ ਸਟੇਟਸ ਜਿਹੜੀਆਂ ਕਿ ਪਾਵਰਟੀ ਤੋਂ ਜੂਝ ਰਹੀਆਂ ਨੇ, ਉੱਥੇ ਸਾਡੇ ਨਾਲ ਜ਼ਿਆਦਾ ਰਿਡਕਸ਼ਨ ਹੋਈ ਹੈ। ਦੈਟ ਇਜ਼ ਦ ਮੇਜਰ ਅਚੀਵਮੈਂਟ। ਠੀਕ ਹੈ। ਸੋ ਆਲਮੋਸਟ 10% ਦਾ ਡਿਕਲਾਈਨ ਹੋਇਆ ਹੈ। ਅਗਰ ਤੁਸੀਂ ਦੇਖੋ 2015-16 ਦੇ ਵਿੱਚ ਪਾਵਰਟੀ ਲੈਵਲ ਆਲਮੋਸਟ 25% ਸੀਗਾ, ਰਾਈਟ, ਇੰਡੀਆ ਦੇ ਵਿੱਚ। ਹੁਣ ਇਹ ਘਟ ਕੇ ਇਟ ਇਜ਼ ਆਲਮੋਸਟ 15% ਤੱਕ ਰਹਿ ਗਿਆ ਹੈ। ਸੋ ਇਹ ਕਾਫੀ ਅੱਛੀ ਪਾਵਰਟੀ, ਮਲਟੀ ਡਾਇਮੈਂਸ਼ਨਲ ਪਾਵਰਟੀ ਇੰਡੈਕਸ ਚ ਡਿਕਲਾਈਨ ਜਿਹੜਾ ਹੈ ਕਾਫੀ ਅੱਛਾ ਹੈ, ਰਾਈਟ। ਇਹਨੂੰ ਵੀ ਆਪਾਂ ਯੂਜ਼ ਕਰ ਸਕਦੇ ਹਾਂ। ਆਲਮੋਸਟ 10% ਦਾ ਡਿਸਕਾਊਂਟ ਹੈ, ਰਾਉਂਡ ਆਫ ਕਰਕੇ ਯਾਦ ਕਰ ਸਕਦੇ ਹਾਂ, ਰਾਈਟ। ਤਿੰਨ ਮੇਜਰ ਇਸ ਚ ਇੰਡੀਕੇਟਰਸ ਤੇ ਨੀਤੀ ਆਯੋਗ ਨੇ ਅਸੈਸਮੈਂਟ ਕੀਤੀ ਹੈ। ਹੈਲਥ, ਸਟੈਂਡਰਡ ਆਫ ਲਿਵਿੰਗ ਲੋਕਾਂ ਦਾ ਦੇਖਿਆ ਹੈ, ਐਂਡ ਐਜੂਕੇਸ਼ਨਲ ਅਟੇਨਮੈਂਟਸ ਤੇ ਫੋਕਸ ਕੀਤਾ ਹੈ, right? काफी अच्छा index है। We have to remember the data, right? That is all for this discussion. Keep the notes with you, it will be helpful. बाकी ਤੁਹਾਨੂੰ ਕੋਈ ਵੀ query ਹੋ, just message us on this number. We will reach out to you with your answers, right? That is all. Thank you so much for joining.